ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਤੁਹਾਡਾ ਵੀ ਕੋਈ ਦੁੱਖ ਤਕਲੀਫ ਹੈ, ਕੋਈ ਇੱਛਾ ਪੂਰੀ ਨਹੀਂ ਹੋ ਰਹੀ, ਤਾਂ ਅੱਜ ਦੀ ਵੀ ਇਸ ਵੀਡੀਓ ਨੂੰ ਅੰਤ ਤਾਈਂ ਜ਼ਰੂਰ ਦੇਖਿਓ, ਕਿਉਂਕਿ ਦੁੱਖ ਦਾ ਇਲਾਜ ਹੈ ਇਹ ਵੀਡੀਓ। ਸਾਰੇ ਦੁੱਖ ਦੂਰ ਹੋ ਜਾਣਗੇ, ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ। ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਗਰੀਬ ਜਿਹਾ ਬੰਦਾ ਆਇਆ ਅਤੇ ਸਿੱਖ ਸੇਵਾਦਾਰਾਂ ਤੋਂ ਪੁੱਛਣ ਲੱਗਿਆ ਕਿ ਸਤਿਗੁਰ ਜੀ ਦਰਬਾਰ ਕਦੋਂ ਸਜਾਉਂਦੇ ਹਨ। ਤਾਂ ਉਹਨਾਂ ਨੇ ਉਸ ਦੇ ਕੱਪੜੇ ਦੇਖ ਕੇ ਉਸ ਨੂੰ ਪੁੱਛਿਆ ਕਿ ਤੈਨੂੰ ਗੁਰੂ ਸਾਹਿਬ ਨਾਲ ਕੀ ਕੰਮ ਹੈ। ਉਸ ਨੇ ਕਿਹਾ ਕਿ ਮੈਂ ਇੱਕ ਕਵੀ ਹਾਂ ਅਤੇ ਮੈਂ ਗੁਰੂ ਸਾਹਿਬ ਨੂੰ ਆਪਣੀ ਕਵਿਤਾ ਸੁਣਾਉਣਾ ਚਾਹੁੰਦਾ ਹਾਂ। ਇਹ ਸੁਣ ਕੇ ਕੁਝ ਸੇਵਾਦਾਰ ਹੱਸਣ ਲੱਗੇ ਅਤੇ ਉਹ ਦੁਖੀ ਹੋ ਗਿਆ, ਨਿਰਾਸ਼ ਹੋ ਗਿਆ। ਇੱਕ ਸਿੱਖ ਨੂੰ ਉਸ ਉੱਪਰ ਤਰਸ ਆਇਆ ਅਤੇ ਉਸ ਨੇ ਕਿਹਾ ਕਿ ਭਾਈ ਤੂੰ ਨਿਰਾਸ਼ ਨਾ ਹੋ। ਗੁਰੂ ਗੋਬਿੰਦ ਸਿੰਘ ਜੀ ਸ਼ਾਮ ਵੇਲੇ ਦਰਬਾਰ ਸਜਾਉਂਦੇ ਹਨ। ਜੇਕਰ ਤੂੰ ਉਹਨਾਂ ਨੂੰ ਮਿਲਣਾ ਚਾਹੁੰਦਾ ਹੈ, ਆਪਣੀ ਕਵਿਤਾ ਉਹਨਾਂ ਨੂੰ ਸੁਣਾਉਣਾ ਚਾਹੁੰਦਾ ਹੈ, ਤਾਂ ਸ਼ਾਮ ਵੇਲੇ ਆ ਜਾਵੀਂ। ਸ਼ਾਮ ਦਾ ਵੇਲਾ ਹੋਇਆ। ਉਹ ਮੈਲੇ ਕੱਪੜਿਆਂ ਵਾਲਾ ਕਵੀ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚ ਗਿਆ ਅਤੇ ਉਸਨੇ ਦੇਖਿਆ ਕਲਗੀਧਰ ਪਾਤਸ਼ਾਹ ਜੀ ਸਜੇ ਹੋਏ ਦਰਬਾਰ ਵਿੱਚ ਬੈਠੇ ਹੋਏ ਹਨ ਅਤੇ ਉਹਨਾਂ ਕੋਲ ਵੱਡੇ ਵੱਡੇ ਕਵੀ ਬੈਠੇ ਹੋਏ ਹਨ ਆਪਣੀ ਕਵਿਤਾ ਸੁਣਾਉਣ ਦੇ ਲਈ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਇਸ ਉੱਪਰ ਪਈ ਅਤੇ ਉਹਨਾਂ ਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ। ਉਸ ਨੇ ਕਿਹਾ ਕਿ ਮੈਂ ਇੱਕ ਕਵੀ ਹਾਂ ਅਤੇ ਤੁਹਾਨੂੰ ਕਵਿਤਾ ਸੁਣਾਉਣਾ ਚਾਹੁੰਦਾ ਹਾਂ। ਤਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਭਾਈ ਤੇਰਾ ਨਾਮ ਕੀ ਹੈ। ਉਸ ਕਵੀ ਨੇ ਬੜਾ ਸੋਹਣਾ ਉੱਤਰ ਦਿੱਤਾ ਕਿ ਨਾਮ ਤਾਂ ਅਮੀਰਾਂ ਦੇ ਹੁੰਦੇ ਨੇ, ਸਾਡੇ ਗਰੀਬਾਂ ਦੇ ਕਾਹਦੇ ਨਾਮ। ਗੁਰੂ ਜੀ ਨੇ ਕਿਹਾ ਕਿ ਭਾਈ ਤੇਰੇ ਮਾਤਾ ਪਿਤਾ ਨੇ ਤੇਰਾ ਕੋਈ ਤਾਂ ਨਾਮ ਰੱਖਿਆ ਹੀ ਹੋਵੇਗਾ। ਉਸ ਕਵੀ ਨੇ ਕਿਹਾ ਕਿ ਮੇਰੇ ਮਾਤਾ ਪਿਤਾ ਨੇ ਮੇਰਾ ਨਾਮ ਹੰਸ ਰਾਮ ਰੱਖਿਆ ਸੀ, ਪਰ ਮੈਂ ਅੱਜ ਤੱਕ ਕਿਸੇ ਦੇ ਮੂੰਹੋਂ ਇਹ ਨਾਮ ਸੁਣਿਆ ਨਹੀਂ। ਸਾਰੇ ਮੈਨੂੰ ਹੰਸੂ ਹੰਸੂ ਕਹਿ ਕੇ ਹੀ ਬੁਲਾਉਂਦੇ ਹਨ। ਇਹ ਸੁਣ ਕੇ ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਚਲੋ ਫਿਰ ਹੰਸ ਰਾਮ ਜੀ ਤੁਸੀਂ ਆਪਣੀ ਕਵਿਤਾ ਸਾਨੂੰ ਸੁਣਾਓ। ਤਾਂ ਜਦੋਂ ਗੁਰੂ ਜੀ ਨੇ ਇੰਨੇ ਪਿਆਰ ਦੇ ਨਾਲ ਉਸ ਦਾ ਨਾਮ ਲਿਆ ਤਾਂ ਉਸ ਦੀਆਂ ਅੱਖਾਂ ਭਰ ਆਈਆਂ ਕਿ ਦੀਨ ਦੁਨੀਆ ਦੇ ਮਾਲਕ ਨੇ ਮੈਨੂੰ ਇੰਨੇ ਪਿਆਰ ਨਾਲ ਕਿਹਾ ਕਿ ਹੰਸ ਰਾਮ ਜੀ ਤੁਸੀਂ ਆਪਣੀ ਕਵਿਤਾ ਸੁਣਾਓ। ਤਾਂ ਉਸ ਕਵੀ ਨੇ ਕਵਿਤਾ ਸੁਣਾਈ। ਉਸਨੇ ਪਹਿਲੀ ਕਵਿਤਾ ਸੁਣਾਈ, ਦੂਸਰੀ, ਤੀਸਰੀ ਕਵਿਤਾ ਸੁਣਾਈ ਅਤੇ ਗੁਰੂ ਜੀ ਨੇ ਸਵਾ ਘੰਟਾ ਇਸ ਕਵੀ ਤੋਂ ਹੀ ਕਵਿਤਾ ਸੁਣੀ। ਕਵਿਤਾ ਸੁਣਨ ਤੋਂ ਬਾਅਦ ਗੁਰੂ ਜੀ ਨੇ ਖਜ਼ਾਨਚੀ ਨੂੰ ਆਵਾਜ਼ ਲਗਾਈ ਅਤੇ ਕਹਿਣ ਲੱਗੇ, ਖਜ਼ਾਨਚੀ ਸਾਹਿਬ ਆਪਣੇ ਖਜ਼ਾਨੇ ਵਿੱਚ ਕਿੰਨੀ ਕੁ ਮਾਇਆ ਪਈ ਏ, ਕਿੰਨੇ ਕੁ ਸੋਨੇ ਦੀਆਂ ਮੋਹਰਾਂ ਪਈਆਂ ਨੇ। ਤਾਂ ਖਜ਼ਾਨਚੀ ਨੇ ਸਾਰਾ ਹਿਸਾਬ ਲਾ ਕੇ ਦੱਸ ਦਿੱਤਾ ਕਿ ਸਤਿਗੁਰ ਜੀ ਇੰਨਾ ਕੁ ਕੁਝ ਪਿਆ ਏ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸਾਰਾ ਖਜ਼ਾਨਾ ਖਾਲੀ ਕਰ ਲਿਆਓ, ਸਾਰਾ ਖਜ਼ਾਨਾ ਥੈਲੀਆਂ ਦੇ ਵਿੱਚ ਭਰ ਲਿਆਓ ਅਤੇ ਹੰਸ ਰਾਮ ਜੀ ਨੂੰ ਦੇ ਦੇਵੋ। ਇਹ ਸੁਣ ਕੇ ਪੰਡਾਲ ਵਿੱਚ ਬੈਠੀ ਸੰਗਤ ਹੈਰਾਨ ਰਹਿ ਗਈ, ਖਜ਼ਾਨਚੀ ਹੈਰਾਨ ਰਹਿ ਗਿਆ ਅਤੇ ਉਸ ਨੂੰ ਤਾਂ ਆਪਣੇ ਕੰਨਾਂ ਉੱਪਰ ਯਕੀਨ ਹੀ ਨਹੀਂ ਆ ਰਿਹਾ ਸੀ ਹੰਸ ਰਾਮ ਜੀ ਨੂੰ। ਅਤੇ ਉਹਨਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਤੁਸੀਂ ਸਾਡੇ ਨਾਲ ਮਜ਼ਾਕ ਕਰ ਰਹੇ ਹੋ। ਗੁਰੂ ਜੀ ਨੇ ਕਿਹਾ ਕਿ ਅਸੀਂ ਨਹੀਂ, ਮਜ਼ਾਕ ਨਹੀਂ ਕਰ ਰਹੇ, ਅਸੀਂ ਤੁਹਾਡੀਆਂ ਕਵਿਤਾ ਸੁਣ ਕੇ ਬਹੁਤ ਖੁਸ਼ ਹੋਏ ਹਾਂ, ਤੁਹਾਡੀਆਂ ਕਵਿਤਾਵਾਂ ਬਹੁਤ ਚੰਗੀਆਂ ਲੱਗੀਆਂ ਅਤੇ ਖੁਸ਼ ਹੋ ਕੇ ਤੁਹਾਨੂੰ ਇਹ ਮਾਇਆ ਦੇ ਰਹੇ ਹਾਂ। ਕਵੀ ਹੰਸ ਰਾਮ ਜੀ ਨੇ ਕਿਹਾ ਕਿ ਮੈਂ ਤਾਂ ਗਰੀਬ ਹਾਂ, ਮੈਂ ਤਾਂ ਇੱਕ ਦੋ ਮੋਹਰਾਂ ਦੀ ਉਮੀਦ ਰੱਖ ਕੇ ਆਇਆ ਹਾਂ।
ਗੁਰੂ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਤੁਸੀਂ ਗਰੀਬ ਨਹੀਂ, ਤੁਹਾਨੂੰ ਰਾਜੇ ਬਣਾਉਣਾ ਹੈ। ਇਹ ਸੁਣ ਕੇ ਸਾਰੀ ਸੰਗਤ ਨੇ ਹੈਰਾਨ ਹੋ ਕੇ ਆਪਣੇ ਮੂੰਹ ਵਿੱਚ ਉਂਗਲਾਂ ਹੀ ਪਾ ਲਈਆਂ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਮੈਲੇ ਜਿਹੇ ਕੱਪੜਿਆਂ ਵਾਲੇ ਕਵੀ 'ਤੇ ਇੰਨੇ ਮਿਹਰਬਾਨ ਹੋ ਗਏ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਖਜ਼ਾਨਚੀ ਸਾਹਿਬ, ਜੋ ਸਾਰਾ ਖਜ਼ਾਨਾ ਥੈਲੀਆਂ ਦੇ ਵਿੱਚ ਭਰਿਆ ਹੈ ਉਹ ਇਹਨਾਂ ਨੂੰ ਦੇ ਦਿਓ, ਅਤੇ ਜੋ ਗਵਾਲੀਅਰ ਦੀ ਸੰਗਤ ਸਾਡੇ ਲਈ ਹਾਥੀ ਲਿਆਈ ਸੀ ਉਹ ਵੀ ਹੰਸ ਰਾਮ ਜੀ ਨੂੰ ਭੇਟ ਕਰ ਦਿਓ, ਕਿਉਂਕਿ ਰਾਜੇ ਹਾਥੀਆਂ ਦੀ ਸੈਰ ਕਰਦੇ ਹਨ। ਗੁਰੂ ਜੀ ਨੇ ਉਹਨਾਂ ਨੂੰ ਸਾਰਾ ਖਜ਼ਾਨਾ ਵੀ ਦੇ ਦਿੱਤਾ, ਹਾਥੀ ਵੀ ਦੇ ਦਿੱਤਾ, ਅਤੇ ਨਾਲ ਇੱਕ ਸਿੰਘ ਨੂੰ ਵੀ ਭੇਜਿਆ ਕਿ ਜਾਓ ਭਾਈ, ਇਸ ਨੂੰ ਅਦਬ ਦੇ ਨਾਲ ਇਸ ਦੀ ਰਿਆਸਤ ਤੱਕ, ਇਸ ਦੇ ਪਿੰਡ ਤੱਕ ਪਹੁੰਚਾ ਕੇ ਆਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੱਖ ਨੂੰ ਅੱਗੇ ਨਗਾਰਾ ਦੇ ਕੇ ਭੇਜਿਆ ਕਿ ਪਤਾ ਲੱਗੇ ਕਿ ਕੋਈ ਰਾਜਾ ਆ ਰਿਹਾ ਹੈ। ਤਾਂ ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਵਿਦਿਆ ਕਰਿਆ ਤਾਂ ਉਹ ਕਵੀ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਖੜ ਗਿਆ ਅਤੇ ਅੱਖਾਂ ਭਰ ਆਇਆ। ਗੁਰੂ ਜੀ ਨੇ ਉਸ ਤੋਂ ਪੁੱਛਿਆ ਕਿ ਹੰਸ ਰਾਮ ਜੀ ਕੀ ਹੋਇਆ ਏ? ਉਸ ਨੇ ਕਿਹਾ ਕਿ ਗੁਰੂ ਜੀ ਮੈਂ ਤਾਂ ਉੱਥੋਂ ਖਜ਼ਾਨਾ ਵੀ ਮੰਗ ਕੇ ਨਹੀਂ ਲਿਆ, ਉਹ ਵੀ ਤੁਸੀਂ ਆਪਣੇ ਆਪ ਹੀ ਦਿੱਤਾ ਹੈ, ਅਤੇ ਹਾਥੀ ਵੀ ਤੁਸੀਂ ਆਪਣੇ ਆਪ ਹੀ ਦਿੱਤਾ ਹੈ, ਪਰ ਇੱਕ ਚੀਜ਼ ਮੈਂ ਮੰਗ ਕੇ ਲਿਜਾਣਾ ਚਾਹੁੰਦਾ ਹਾਂ। ਜੋ ਸੰਗਤ, ਜੋ ਲੋਕ ਪਹਿਲਾਂ ਹੀ ਹੈਰਾਨ ਸਨ, ਉਸ ਤੋਂ ਈਰਖਾ ਕਰ ਰਹੇ ਸਨ, ਉਹ ਆਪਸ ਵਿੱਚ ਗੱਲਾਂ ਕਰਨ ਲੱਗੇ ਕਿ ਦੇਖਿਆ ਆ ਗਿਆ ਨਾ ਆਪਣੀ ਔਕਾਤ 'ਤੇ। ਗੁਰੂ ਜੀ ਨੇ ਇੰਨਾ ਕੁਝ ਦੇ ਦਿੱਤਾ, ਫਿਰ ਵੀ ਹੋਰ ਕੁਝ ਮੰਗ ਰਿਹਾ ਹੈ, ਇਸ ਦੀ ਭੁੱਖ ਨਹੀਂ ਮਿਟੀ। ਗੁਰੂ ਜੀ ਨੇ ਕਿਹਾ ਕਿ ਦੱਸੋ ਹੰਸ ਰਾਮ ਜੀ, ਤੁਹਾਨੂੰ ਹੋਰ ਕੀ ਚਾਹੀਦਾ ਹੈ? ਤਾਂ ਉਸ ਨੇ ਕਿਹਾ ਕਿ ਮੈਂ ਤੁਹਾਡੇ ਤੋਂ ਖਜ਼ਾਨਾ ਵੀ ਮੰਗ ਕੇ ਨਹੀਂ ਲਿਆ, ਹਾਥੀ ਵੀ ਮੰਗ ਕੇ ਨਹੀਂ ਲਿਆ, ਤੁਸੀਂ ਆਪਣੇ ਆਪ ਹੀ ਦਿੱਤਾ ਹੈ, ਪਰ ਇੱਕ ਚੀਜ਼ ਮੈਂ ਮੰਗ ਕੇ ਲਿਜਾਣਾ ਚਾਹੁੰਦਾ ਹਾਂ, ਮੈਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇ ਦਿਓ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਉਂਦੇ ਰਿਹਾ ਕਰੋ, ਇਹ ਵੀ ਇੱਛਾ ਤੁਹਾਡੀ ਜਲਦੀ ਹੀ ਪੂਰੀ ਹੋ ਜਾਵੇਗੀ। ਕਵੀ ਹੰਸ ਰਾਮ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੈਂ ਸੁਣਿਆ ਸੀ ਕਿ ਤੁਹਾਡੇ ਚਰਨਾਂ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਅਤੇ ਅੱਜ ਦੇਖ ਵੀ ਲਿਆ। ਤਾਂ ਬਾਅਦ ਵਿੱਚ ਜਦੋਂ ਗੁਰੂ ਜੀ ਨੇ ਉਸ ਨੂੰ ਵਿਦਿਆ ਕੀਤਾ ਅਤੇ ਨਗਾਰੇ ਦੇ ਨਾਲ ਆਪਣੀ ਰਿਆਸਤ 'ਤੇ ਪਹੁੰਚਿਆ, ਤਾਂ ਇਸ ਰਿਆਸਤ ਦਾ ਰਾਜਾ ਕਿਰਪਾਲ ਚੰਦ ਕਟੌਚੀਆ ਉਹ ਸ਼ਿਕਾਰ ਖੇਡਣ ਦੇ ਲਈ ਆਇਆ ਹੋਇਆ ਸੀ। ਜਦੋਂ ਉਸ ਨੇ ਦੇਖਿਆ ਕਿ ਨਗਾਰੇ ਵੱਜ ਰਹੇ ਹਨ ਅਤੇ ਕੋਈ ਹਾਥੀ ਦੀ ਸੈਰ ਕਰ ਰਿਹਾ ਹੈ, ਉਸ ਨੇ ਸੋਚਿਆ ਕਿ ਕੋਈ ਹੋਰ ਰਿਆਸਤ ਦਾ ਰਾਜਾ ਮੇਰੀ ਰਿਆਸਤ ਵਿੱਚ ਆਇਆ ਹੈ। ਤਾਂ ਕਿਰਪਾਲ ਚੰਦ ਉਸ ਕਵੀ ਦੇ ਮੂਹਰੇ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਪੁੱਛਣ ਲੱਗਿਆ ਕਿ ਤੁਸੀਂ ਕਿਸ ਰਿਆਸਤ ਦੇ ਰਾਜੇ ਹੋ? ਤਾਂ ਉਸ ਕਵੀ ਨੇ ਕਿਹਾ ਕਿ ਮੈਂ ਕਿਸੇ ਰਿਆਸਤ ਦਾ ਰਾਜਾ ਨਹੀਂ। ਤਾਂ ਕਿਰਪਾਲ ਚੰਦ ਨੇ ਪੁੱਛਿਆ ਕਿ ਹਾਥੀਆਂ ਦੀ ਸਵਾਰੀ ਤਾਂ ਰਾਜੇ ਹੀ ਕਰਦੇ ਹਨ, ਜੇਕਰ ਤੁਸੀਂ ਰਾਜੇ ਨਹੀਂ ਤਾਂ ਕੌਣ ਹੋ? ਤਾਂ ਕਵੀ ਨੇ ਕਿਹਾ ਕਿ ਮੈਂ ਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਦਾ, ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਮੰਗਤਾ ਹਾਂ। ਕਿਰਪਾਲ ਚੰਦ ਨੇ ਕਿਹਾ ਕਿ ਮੈਂ ਵੀ ਉਸ ਦਾਤੇ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਜਿਸ ਦੇ ਮੰਗਤੇ ਵੀ ਇੰਨੇ ਅਮੀਰ ਹਨ, ਤਾਂ ਉਹ ਆਪ ਕਿੰਨਾ ਵੱਡਾ ਹੋਵੇਗਾ। ਇਹ ਵਡਿਆਈ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਕਿ ਜੋ ਵੀ ਨਿਮਾਣਾ ਹੋ ਕੇ ਆਸ ਰੱਖ ਕੇ ਜਾ ਵੜਿਆ, ਉਸ ਨੂੰ ਫਲ ਜ਼ਰੂਰ ਮਿਲਦਾ ਹੈ। ਸਾਡਾ ਭਰੋਸਾ ਇੱਕ ਰੱਬ ਦੇ ਉੱਪਰ ਹੋਣਾ ਚਾਹੀਦਾ ਹੈ। ਜਦੋਂ ਵੀ ਮਨ ਦੀ ਇੱਛਾ ਅਧੂਰੀ ਹੋਵੇ ਜਾਂ ਫਿਰ ਕੋਈ ਚੀਜ਼ ਦੀ ਸਾਨੂੰ ਲੋੜ ਹੋਵੇ, ਤਾਂ ਕਿਸੇ ਤੋਂ ਨਹੀਂ ਮੰਗਣਾ, ਸਿਰਫ ਵਾਹਿਗੁਰੂ ਜੀ ਤੋਂ ਹੀ ਮੰਗਣਾ ਹੈ। ਉਹ ਦਾਤਾ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ। ਤਾਂ ਫਿਰ ਅੱਜ ਤੋਂ ਬਾਅਦ ਜੇਕਰ ਸਾਡੀ ਕੋਈ ਇੱਛਾ ਪੂਰੀ ਨਹੀਂ ਹੁੰਦੀ, ਕਿਸੇ ਚੀਜ਼ ਦੀ ਲੋੜ ਹੁੰਦੀ ਹੈ, ਤਾਂ ਅਸੀਂ ਵਾਹਿਗੁਰੂ ਜੀ ਦੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਹੈ ਆਪਣੇ ਸੱਚੇ ਮਨ ਦੇ ਨਾਲ। ਇਹ ਸਾਖੀ ਤੁਹਾਡੇ ਨਾਲ ਇਸ ਕਰਕੇ ਹੀ ਸਾਂਝੀ ਕੀਤੀ ਹੈ।
ਵਾਹਿਗੁਰੂ ਜੀ ਦੇ ਘਰ ਕਿਸੇ ਚੀਜ਼ ਦੀ ਘਾਟ ਨਹੀਂ ਹੈ। ਇੱਕ ਹੋਰ ਬਚਨ ਅਸੀਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ। ਇਹ ਬਚਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਕਿ ਜੋ ਵੀ ਇਸ ਸ਼ਬਦ ਦਾ ਉਚਾਰਨ ਕਰਦਾ ਹੈ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੇ ਧਾਏ, ਉਸ ਦੇ ਘਰ ਵਿੱਚ ਰਿੱਧੀਆਂ ਸਿੱਧੀਆਂ ਬੜੀ ਤੇਜ਼ੀ ਨਾਲ ਪ੍ਰਵੇਸ਼ ਕਰਦੀਆਂ ਹਨ। ਤਾਂ ਫਿਰ ਆਓ ਆਪਾਂ ਵੀ ਗੁਰੂ ਜੀਆਂ ਤੋਂ ਖੁਸ਼ੀਆਂ ਹਾਸਲ ਕਰੀਏ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੀਏ ਅਤੇ ਰਾਤ ਵੇਲੇ ਰਹਿਰਾਸ ਜੀ ਦਾ ਪਾਠ ਕਰੀਏ, ਤਾਂ ਜੋ ਆਪਾਂ ਵੀ ਗੁਰੂ ਸਾਹਿਬ ਤੋਂ ਖੁਸ਼ੀਆਂ ਹਾਸਲ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।